ਸੱਥ ਨੇ ਸ਼ੁਰੂਆਤ ਤਾਂ ਅੱਜ ਜਾਂ ਕੱਲ੍ਹ ਤਾਂ ਕੀਤੀ ਨਹੀਂ, ਕਾਫੀ ਸਮੇਂ ਤੋਂ ਲੱਗੇ ਹੋਏ ਸੀ। ਚਾਹੇ ਮੱਤੇਵਾੜਾ ਦੇ ਜੰਗਲ ਦੇ ਪ੍ਰੋਜੈਕਟ ਦੇ ਵਿੱਚੋਂ ਤਬਾਹ ਕਰਨ ਵਾਲੀ ਗੱਲ ਸੀ, ਉਹਦਾ ਵਿਰੋਧ ਕਰਨ। ਕਿ ਗਰਾਊਂਡ ਲੈਵਲ ਤੇ ਰਹਿਣਾ ਬਹੁਤ ਜ਼ਰੂਰੀ ਹੈ। ਸ਼ਾਇਦ ਤੁਸੀਂ ਜਿਸ ਮਰਜ਼ੀ ਪੋਜੀਸ਼ਨ ਤੇ ਪਹੁੰਚੋ, ਤੁਸੀਂ ਇੱਥੋਂ ਦੀ ਹੀ ਜੁੜੇ ਹੋ। ਪਹਿਲਾਂ ਲੱਗਿਆ ਸੀ ਜਦੋਂ ਕੈਂਪਸ ਵਿੱਚ ਐਡਮਿਸ਼ਨ ਲਈ ਸੀ ਕਿ ਵਿਦਿਆਰਥੀ ਪੋਲਿਟਿਕਸ ਕਰਨੀ ਬੇਹੱਦ ਜ਼ਰੂਰੀ ਹੈ, ਲਾਜ਼ਮੀ ਹੈ। ਜੇ ਨਾ ਆਏ ਤਾਂ ਕੋਈ ਹੋਰ ਲੈ ਜਾਊਗਾ ਇੱਥਾਂ। ਸਾਨੂੰ ਇੱਕ ਪਾਵਰ ਦੇ ਵਿੱਚ ਆਉਣਾ ਜ਼ਰੂਰੀ ਹੈ। ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਬਹੁਤ ਸਾਰੇ ਕੈਂਡੀਡੇਟ ਦੇਖੇ ਗਏ ਹਿਮਾਚਲ, ਹਰਿਆਣਾ ਜਾਂ ਹੋਰ ਸੂਬਿਆਂ ਦੇ। ਜਿਹੜਾ ਇਹ ਰੁਝਾਨ ਹੈ, ਇਸ ਨੂੰ ਤੁਸੀਂ ਬਹੁਤ ਵੱਡਾ ਮਸਲਾ ਮੰਨਦੇ ਹੋ ਕਿ ਕੋਈ ਗੱਲ ਵੱਡੀ ਨਹੀਂ ਹੈ? ਨਹੀਂ, ਇਹ ਮਸਲਾ ਬਹੁਤ ਵੱਡਾ ਹੈ ਕਿਉਂਕਿ ਇਹ ਮਸਲਾ ਲੀਡਰਸ਼ਿਪ ਕ੍ਰਾਈਸਿਸ ਵੱਲ ਜਾ ਰਿਹਾ। ਪੰਜਾਬ ਦੇ ਵਿੱਚ ਸਾਡੀ ਜਵਾਨ ਪੀੜ੍ਹੀ ਹੀ ਨਹੀਂ ਬਚੀ, ਜਿਸ ਨੂੰ ਦੇਖੋ ਉਹ ਬਾਹਰ ਜਾ ਰਿਹਾ। 9ਵੀਂ 10ਵੀਂ ਦੇ ਵਿੱਚ ਹੀ ਸਾਰੇ ਸ਼ੁਰੂ ਹੋ ਜਾਂਦੇ ਨੇ ਕਿ ਬਾਹਰ ਜਾਣਾ ਹੈ, ਬਾਹਰ ਜਾਣਾ ਹੈ। ਸ਼ਾਇਦ ਉਹ ਫਾਈਨੈਂਸ਼ਲੀ ਸਟਰੋਂਗ ਵੀ ਹੋਣ ਤਾਂ ਵੀ ਉਹ ਬਾਹਰ ਜਾ ਕੇ ਸਿਰਫ ਲੇਬਰ ਕਰ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਐਨ ਮੌਕੇ ਦੇ ਉੱਤੇ ਆ ਕੇ ਕਹਿੰਦੇ 48 ਕਰੋੜ 49 ਕਰੋੜ ਰੁਪਈਆ ਅਸੀਂ ਹੋਸਟਲਾਂ ਦੀ ਮੰਗ ਬਹੁਤ ਕਰਦੇ ਸੀ ਸਟੂਡੈਂਟ, ਉਹ ਵੀ ਦੇ ਦਿੱਤਾ। ਫਿਰ ਮੀਤ ਹੇਅਰ ਨੇ ਜਿਹੜੇ ਉਹ ਵੀ ਇੱਥੇ ਆਉਂਦੇ ਰਹੇ ਲਗਾਤਾਰ। ਕਈ ਵਿਧਾਇਕਾਂ ਨੂੰ ਤਾਂ ਤੁਸੀਂ ਐਂਟਰੀ ਬੈਨ ਕਰਤੀ ਕਿ ਆਉਣਾ ਨਹੀਂ, ਜੇ ਆਏ ਤਾਂ ਫਿਰ ਆਪੇ ਭੁਗਤਿਓ। ਪੋਲੀਟੀਕਲ ਪਾਰਟੀਜ਼ ਇਹ ਇੰਟਰੋਡਿਊਸ ਕਰਨਾ ਚਾਹ ਰਹੀਆਂ ਸੀ ਕਿ ਸਾਡੇ ਕੀ ਸਟੂਡੈਂਟਸ ਵਿਕਾਊ ਨੇ, ਤੁਸੀਂ ਸਾਨੂੰ ਵੋਟ ਪਾਓ, ਜਾਂ ਅਸੀਂ ਤੁਹਾਨੂੰ ਚਾਕਲੇਟ ਦੇ ਰਹੇ, ਅਸੀਂ ਤੁਹਾਨੂੰ ਬਿਊਟੀ ਪਾਰਲਰ ਦੇ ਪੈਂਫਲੇਟਸ ਵੰਡ ਰਹੇ ਹਾਂ, ਤੁਸੀਂ ਸਾਨੂੰ ਵੋਟ ਪਾਓ। ਜਸਵੰਤ ਸਿੰਘ ਖਾਲੜਾ ਦੀ ਤਸਵੀਰ ਉਸ ਦਿਨ ਦੇਖਣ ਨੂੰ ਮਿਲੀ। ਤੁਸੀਂ ਸਟੂਸੀ ਦੇ ਸੈਂਟਰ ਤੇ ਖੜ ਕੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ, ਉਹਦੀ ਵੀ ਚਰਚਾ ਬਹੁਤ ਹੈ। ਉਸ ਦਿਨ ਇਤਫਾਕ ਸੀ ਕਿ ਉਹਨਾਂ ਦਾ ਸ਼ਹਾਦਤ ਦਿਹਾੜਾ ਸੀ। ਸ਼ਹੀਦਾਂ ਦੀ ਬਦੌਲਤ ਅਸੀਂ ਯੂਨੀਵਰਸਿਟੀ 'ਚ ਜਾਂਦੇ ਖੜੇ ਹਾਂ। ਸ਼ਾਇਦ ਸਾਡੀ ਜਨਰੇਸ਼ਨ ਇੱਥੇ ਨਾ ਪਹੁੰਚਦੀ। ਸ਼ਹੀਦ ਸਿੰਘਾਂ ਨੇ ਇੰਨੀ ਕਿਰਪਾ ਕੀਤੀ ਹੈ ਕਿ ਸ਼ਹੀਦੀ ਦਿਹਾੜੇ ਵਾਲੇ ਦਿਨ ਸਾਨੂੰ ਫਤਿਹ ਨਸੀਬ ਹੋਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਅੱਜ ਸੱਥ ਦੀ ਚਰਚਾ ਹੈ। ਸੱਥ ਵਿੱਚ ਵੈਸੇ ਹੀ 2-4 ਬੈਠੇ ਹੋਣ ਤੇ ਵਿਚਾਰ ਵਟਾਂਦਰਾ ਹੁੰਦਾ, ਉਹਦੇ ਵਿੱਚੋਂ ਇੱਕ ਜਿੱਤ ਪ੍ਰਾਪਤ ਕੀਤੀ ਹੈ ਵਾਈਸ ਪ੍ਰੈਜ਼ੀਡੈਂਟ ਦੀ ਉਮੀਦਵਾਰ ਜੇਤੂ। ਉਹ ਸਾਡੇ ਨਾਲ ਹੋਣਗੇ, ਉਹਨਾਂ ਦੇ ਸਾਥੀ ਵੀ ਨੇ। ਸੱਥ ਦੇ ਜਿਹੜੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਜੁਝਾਰ ਸਿੰਘ ਵੀ ਨਾਲ ਖੜੇ ਨੇ, ਰਣਮੀਕ ਕੌਰ ਜਿਹੜੇ ਜਿੱਤੇ ਨੇ ਵਾਈਸ ਪ੍ਰੈਜ਼ੀਡੈਂਟ, ਉਹ ਵੀ ਖੜੇ ਨੇ। ਉਹਨਾਂ ਦੇ ਇੱਕ ਹੋਰ ਸਾਥੀ ਨਾਲ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਰਣਮੀਕ ਜੀ, ਸਭ ਤੋਂ ਪਹਿਲਾਂ ਤਾਂ ਇਹੀ ਜਾਣਾਂਗੇ ਕਿਉਂਕਿ ਚਰਚੇ ਤੁਹਾਡੀ ਜਿੱਤ ਦੇ ਕਾਫੀ ਹੋ ਗਏ ਪੰਜਾਬ ਪੱਧਰ ਦੇ ਵਿੱਚ ਵੀ। ਸੱਥ ਨੇ ਸ਼ੁਰੂਆਤ ਤਾਂ ਅੱਜ ਜਾਂ ਕੱਲ੍ਹ ਤਾਂ ਕੀਤੀ ਨਹੀਂ, ਕਾਫੀ ਸਮੇਂ ਤੋਂ ਲੱਗੇ ਹੋਏ ਸੀ। ਚਾਹੇ ਮੱਤੇਵਾੜਾ ਦੇ ਜੰਗਲ ਦੇ ਪ੍ਰੋਜੈਕਟ ਦੇ ਵਿੱਚੋਂ ਤਬਾਹ ਕਰਨ ਵਾਲੀ ਗੱਲ ਸੀ, ਉਹਦਾ ਵਿਰੋਧ ਕਰਨਾ, ਹੋਰ ਬਹੁਤ ਸਾਰੀਆਂ ਗੱਲਾਂ। ਅੱਜ ਜਿੱਥੇ ਤੁਸੀਂ ਖੜੇ ਹੋ ਜਾਂ ਇੱਕ ਨੁਮਾਇੰਦਾ ਬਣ ਕੇ ਵਿਦਿਆਰਥੀਆਂ ਦਾ ਆਏ ਹੋ, ਤੁਹਾਡੇ ਜ਼ਿਹਨ 'ਚ ਹੁਣ ਇਸ ਵੇਲੇ ਕੀ ਚੱਲ ਰਿਹਾ? ਸਾਹਮਣੇ ਚੈਲੰਜ ਕੀ ਨਜ਼ਰ ਆ ਰਹੇ? ਚੈਲੰਜਸ ਬਸ ਇੱਕੋ ਹੀ ਹੈ ਕਿ ਜੋ ਹੁਣ ਅਸੀਂ ਅੱਗੇ ਮਸਲੇ ਰੱਖੇ ਨੇ ਸਟੂਡੈਂਟਸ ਦੀ, ਅਸੀਂ ਉਹਦੇ ਉੱਤੇ ਖੜ ਸਕੀਏ, ਹੋਰ ਹੰਬਲ ਤੋਂ ਹੰਬਲ ਹੋ ਸਕੀਏ, ਕਿਉਂਕਿ ਗਰਾਊਂਡ ਲੈਵਲ ਤੇ ਰਹਿਣਾ ਬਹੁਤ ਜ਼ਰੂਰੀ ਹੈ। ਸ਼ਾਇਦ ਤੁਸੀਂ ਜਿਸ ਮਰਜ਼ੀ ਪੋਜੀਸ਼ਨ ਤੇ ਪਹੁੰਚੋ, ਤੁਸੀਂ ਇੱਥੋਂ ਦੀ ਹੀ ਜੁੜੇ ਹੋ, ਇੱਥੇ ਹੀ ਵਾਪਸ ਆਉਣਾ ਹੈ। ਤਾਂ ਸਟੂਡੈਂਟਸ ਨਾਲ ਰਹਿਣਾ ਬਹੁਤ ਜ਼ਰੂਰੀ ਹੈ। ਉਹਨਾਂ ਦੇ ਮਸਲਿਆਂ ਨੂੰ ਸੁਣੀ ਜਾਓ, ਜੈਨੂਇਨ ਰਹੋ ਤੇ ਬਸ ਉਹਨਾਂ ਲਈ ਕੰਮ ਕਰੋ। ਤੁਹਾਨੂੰ ਪਹਿਲਾਂ ਲੱਗਿਆ ਸੀ ਜਦੋਂ ਕੈਂਪਸ ਵਿੱਚ ਐਡਮਿਸ਼ਨ ਲਈ ਸੀ ਕਿ ਵਿਦਿਆਰਥੀ ਪੋਲਿਟਿਕਸ ਕਰਨੀ ਬੇਹੱਦ ਜ਼ਰੂਰੀ ਹੈ, ਲਾਜ਼ਮੀ ਹੈ। ਜੇ ਨਾ ਆਏ ਤਾਂ ਕੋਈ ਹੋਰ ਲੈ ਜਾਊਗਾ ਇੱਥਾਂ। ਪਹਿਲਾਂ ਜਦੋਂ ਡਿਸਕਸ਼ਨ ਗਰੁੱਪ ਬਣਿਆ ਸੀ, ਉੱਥੇ ਜਦੋਂ ਅਸੀਂ ਡਿਸਕਸ਼ਨਸ ਕਰਦੇ ਸੀ ਡਿਫਰੈਂਟ ਇਸ਼ੂਜ਼ ਬਾਰੇ, ਸਾਨੂੰ ਇਹੀ ਚੀਜ਼ ਸਮਝ ਲੱਗੀ ਕਿ ਜਿਹੜੇ ਇਸ਼ੂਜ਼ ਨੇ ਸਿਰਫ ਡਿਸਕਸ਼ਨ ਨਾਲ ਉਹਦਾ ਇੱਕ ਸੋਲਿਊਸ਼ਨ ਨਹੀਂ ਮਿਲੂਗਾ। ਸਾਨੂੰ ਇੱਕ ਪਾਵਰ ਦੇ ਵਿੱਚ ਆਉਣਾ ਜ਼ਰੂਰੀ ਹੈ, ਤਾਂ ਹੀ ਅਸੀਂ ਜਿਹੜੇ ਇਸ਼ੂਜ਼ ਨੇ ਉਸ ਦੇ ਇੱਕ ਸੋਲਿਊਸ਼ਨ ਕੱਢ ਸਕਾਂਗੇ। ਇਸ ਲਈ ਅਸੀਂ ਇਲੈਕਸ਼ਨਸ ਲੜਨੀਆਂ ਸ਼ੁਰੂ ਕੀਤੀਆਂ ਪਿਛਲੇ ਸਾਲ ਤੋਂ। ਤਾਂ ਸੱਥ ਦੇ ਕੋਲ ਹੁਣ ਇੱਕ ਵੱਡਾ ਇਹ ਹੈ ਕਿ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜਥੇਦਾਰ ਸਾਹਿਬ ਦਾ ਟਵੀਟ, ਕਰਨੈਲ ਸਿੰਘ ਪੰਜੋਲੀ ਜਿਹੜੇ ਕਿ SGPC ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ, ਇਸ ਤਰ੍ਹਾਂ ਦੀਆਂ ਹਸਤੀਆਂ ਜਦੋਂ ਬਾਹਰੋਂ ਦੇਖਦੀਆਂ ਤੁਹਾਨੂੰ ਸ਼ਾਬਾਸ਼ ਦੇ ਰਹੀਆਂ ਕਿ ਸਾਨੂੰ ਇੱਕ ਉਮੀਦ ਜਾਗੀ ਹੈ ਕਿ ਅੰਦਰ ਇਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈ। ਜਿਹੜੀਆਂ ਇਹੋ ਜਿਹੀਆਂ ਪ੍ਰਤੀਕਿਰਿਆਵਾਂ ਆਈਆਂ, ਉਦੋਂ ਤੁਹਾਡੇ ਮਨ 'ਚ ਕੀ ਆਇਆ ਕਿ ਜਿਹੜਾ ਕੁਝ ਚੱਲ ਰਿਹਾ ਹੈ ਠੀਕ ਸੰਕੇਤ ਵੱਲ ਜਾ ਰਹੀਆਂ ਸਾਰੀਆਂ ਗੱਲਾਂ? ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਉਹਨਾਂ ਨੇ ਸਾਡੇ ਲਈ ਇੱਥੇ ਇੰਨਾ ਟਰਸਟ ਕੀਤਾ ਕਿ ਅਸੀਂ ਅੱਗੇ ਆ ਕੇ, ਅਤੇ ਉਹਨਾਂ ਨੇ ਸਾਡੇ ਉੱਤੇ ਇੰਨਾ ਟਰਸਟ ਕੀਤਾ ਕਿ ਅਸੀਂ ਜਿੱਤੇ ਵੀ ਹਾਂ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਿਰਫ ਉਹਨਾਂ ਦਾ ਨਹੀਂ, ਧੰਨਵਾਦ ਸਟੂਡੈਂਟਸ ਦਾ, ਧੰਨਵਾਦ ਇਸ ਪੂਰੀ ਆਰਗੇਨਾਈਜੇਸ਼ਨ ਦਾ, ਕਿਉਂਕਿ ਰਣਮੀਕ ਇਸ ਆਰਗੇਨਾਈਜੇਸ਼ਨ ਕਰਕੇ, ਸਟੂਡੈਂਟ ਕਰਕੇ, ਹੋਰ ਕਿਸੇ ਕਰਕੇ ਨਹੀਂ। ਤੇ ਬਹੁਤ ਵਾਰੀ ਦੇਖਿਆ ਜਾਂਦਾ ਕਿ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ, ਕਿਉਂਕਿ ਪੰਜਾਬ ਦੇ ਕਹਿੰਦੇ ਹਿੱਕ ਖੁਰਚ ਕੇ ਬਣਾਇਆ ਗਿਆ ਪੱਥਰਾਂ ਦਾ ਸ਼ਹਿਰ ਸੀ, ਤਾਂ ਇਸ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਉਨੀ ਘੱਟ ਰਹੀ ਹੈ। ਸਰਗਰਮੀ ਚਾਹੇ ਪੋਲਿਟਿਕਸ ਹੈ, ਚਾਹੇ ਕੋਈ ਹੋਰ ਗੱਲਾਂ ਹੈ। ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਬਹੁਤ ਸਾਰੇ ਕੈਂਡੀਡੇਟ ਦੇਖੇ ਗਏ ਹਿਮਾਚਲ, ਹਰਿਆਣਾ ਜਾਂ ਹੋਰ ਸੂਬਿਆਂ ਦੇ ਸੀ। ਜਿਹੜਾ ਇਹ ਰੁਝਾਨ ਹੈ, ਇਸ ਨੂੰ ਤੁਸੀਂ ਬਹੁਤ ਵੱਡਾ ਮਸਲਾ ਮੰਨਦੇ ਹੋ ਕਿ ਕੋਈ ਗੱਲ ਵੱਡੀ ਨਹੀਂ ਹੈ? ਨਹੀਂ, ਇਹ ਮਸਲਾ ਬਹੁਤ ਵੱਡਾ ਹੈ ਕਿਉਂਕਿ ਇਹ ਮਸਲਾ ਲੀਡਰਸ਼ਿਪ ਕ੍ਰਾਈਸਿਸ ਵੱਲ ਜਾ ਰਿਹਾ। ਸਾਡੀ ਆਰਗੇਨਾਈਜੇਸ਼ਨ ਦਾ ਕਲੈਕਟਿਵ ਲੀਡਰਸ਼ਿਪ ਇਸਟੈਬਲਿਸ਼ ਕਰਨ ਦਾ ਵੀ ਇੱਕ ਬਹੁਤ ਵੱਡਾ ਮੇਜਰ ਏਮ ਹੈ, ਕਿਉਂਕਿ ਪੰਜਾਬ ਦੇ ਵਿੱਚ ਸਾਡੀ ਜਵਾਨ ਪੀੜ੍ਹੀ ਹੀ ਨਹੀਂ ਬਚੀ, ਜਿਸ ਨੂੰ ਦੇਖੋ ਉਹ ਬਾਹਰ ਜਾ ਰਿਹਾ। 9ਵੀਂ 10ਵੀਂ ਦੇ ਵਿੱਚ ਹੀ ਸਾਰੇ ਸ਼ੁਰੂ ਹੋ ਜਾਂਦੇ ਨੇ ਕਿ ਬਾਹਰ ਜਾਣਾ ਹੈ, ਬਾਹਰ ਜਾਣਾ ਹੈ। ਸ਼ਾਇਦ ਉਹ ਫਾਈਨੈਂਸ਼ਲੀ ਸਟਰੋਂਗ ਵੀ ਹੋਣ
ਤਾਂ ਵੀ ਉਹ ਬਾਹਰ ਜਾ ਕੇ ਸਿਰਫ ਲੇਬਰ ਕਰ ਰਹੇ ਨੇ, ਹੋਰ ਕੁਝ ਨਹੀਂ ਕਰ ਰਹੇ। ਤਾਂ ਇਹ ਬਹੁਤ ਵੱਡਾ ਮਸਲਾ ਹੈ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਕਿ ਆਪਣੀ ਧਰਤੀ ਨੂੰ ਛੱਡ ਕੇ ਨਾ ਜਾਓ। ਤੁਹਾਡੀ ਧਰਤੀ ਨੂੰ ਤੁਹਾਡੀ ਲੋੜ ਹੈ। ਜੇ ਅਸੀਂ, ਸਾਡੀ ਜਵਾਨ ਪੀੜ੍ਹੀ ਹੀ ਸਾਡੀ ਅੱਗੇ ਜਿਹੜਾ ਸਾਡਾ ਫਿਊਚਰ ਹੈ ਉਹ ਡਿਸਾਈਡ ਕਰਦੀ ਹੈ। ਤਾਂ ਜੇ ਅਸੀਂ ਆਪ ਆਪਣੀ ਧਰਤੀ ਨੂੰ ਛੱਡ ਕੇ ਜਾਵਾਂਗੇ ਤਾਂ ਸਾਡੀ ਸਪੇਸ ਕੋਈ ਹੋਰ ਆਕਿਊਪਾਈ ਕਰੂਗਾ, ਤਾਂ ਅਸੀਂ ਇੱਥੇ ਕਿਵੇਂ ਕੰਮ ਕਰ ਸਕਦੇ ਹਾਂ ਆਪਣੇ ਇਸ਼ੂਜ਼ ਨੂੰ ਲੈ ਕੇ। ਤੁਹਾਡਾ ਕੀ ਨਾਮ ਹੈ ਜੀ, ਕਿਹੜੇ ਡਿਪਾਰਟਮੈਂਟ ਤੋਂ ਬਿਲੋਂਗ ਕਰਦੇ ਹੋ? ਮੇਰਾ ਨਾਮ ਰਿਮਲਜੋਤ ਸਿੰਘ ਹੈ, ਡਿਪਾਰਟਮੈਂਟ ਆਫ ਬਾਇਓ ਫਿਜ਼ਿਕਸ ਤੋਂ ਮੈਂ ਰਿਸਰਚ ਸਕਾਲਰ। ਜੀ, ਇਸ ਚੋਣਾਂ ਤੋਂ ਬਾਅਦ ਜਿਹੜੇ ਨਤੀਜੇ ਆਏ ਆ, ਬਾਹਰ ਦੇ ਲੋਕ ਇਹ ਵੀ ਕਹਿ ਰਹੇ ਆ ਨਾਲ ਕਿ ਇਹ ਜਿਹੜੀ ਜਥੇਬੰਦੀ ਇਹਦਾ ਸਬੰਧ ਜਾਂ ਬ੍ਰੈਕਟ 'ਚ ਪਾਇਆ ਜਾ ਰਿਹਾ ਕਿ ਖਾਲਿਸਤਾਨੀਆਂ ਦਾ ਜਾਂ ਹੋਰ ਹੈ, ਬਹੁਤ ਸਾਰੀਆਂ ਜਿਹੀਆਂ ਗੱਲਾਂ ਹੋ ਰਹੀਆਂ। ਨਹੀਂ, ਇਹ ਤਾਂ ਦੇਖੋ ਐਲੀਗੇਸ਼ਨਾਂ ਤੇ ਲੱਗਦੀਆਂ ਹੀ ਹੁੰਦੀਆਂ ਨੇ। ਅਸੀਂ ਗੱਲ ਕਰੀਦੀ ਹੈ ਪੰਜਾਬ ਤੇ ਪੰਥ ਦੀ, ਤੇ ਉਹਦੇ ਤੇ ਅਸੀਂ ਅੱਜ ਵੀ ਖੜੇ ਹਾਂ, ਤੇ ਉਸ ਗੱਲ ਤੇ ਮਤਲਬ ਪੂਰੇ ਅਸੀਂ ਕਾਇਮ ਹਾਂ। ਤਾਂ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਕਿ ਵਿਦਿਆਰਥੀ ਪੋਲਿਟਿਕਸ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਕਿ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਹੁੰਦੀ ਹੈ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਤਾਂ ਇਲੈਕਸ਼ਨ ਵੀ ਨਹੀਂ ਹੁੰਦੇ, ਤੁਹਾਨੂੰ ਉਹਦੇ ਲਈ ਰਣਨੀਤੀਆਂ ਕੀ ਤੁਹਾਨੂੰ ਕੀ ਲੱਗਦਾ ਉੱਥੇ ਵੀ ਹੋਣੀਆਂ ਚਾਹੀਦੀਆਂ? ਕਿਉਂਕਿ ਬਾਹਰ ਇੱਕ ਇਹ ਜਾਂਦਾ ਮੈਸੇਜ ਕਿ ਜਿੱਥੇ ਇਲੈਕਸ਼ਨ ਹੁੰਦੀਆਂ, ਵਿਦਿਆਰਥੀ ਚੋਣਾਂ ਹੁੰਦੀਆਂ, ਲੜਾਈ ਝਗੜੇ ਵੀ ਉੱਥੇ ਹੀ ਹੁੰਦੇ ਆ। ਨਹੀਂ ਦੇਖੋ, ਸਾਡੀ ਜਿਹੜੀ ਜਥੇਬੰਦੀ ਹੈ ਨਾ, ਜਿਹੜਾ ਇੱਥੇ ਐਸਟੈਬਲਿਸ਼ ਕਰਨ ਦਾ ਸਾਡਾ ਮਕਸਦ ਕੀ ਸੀਗਾ, ਅਸੀਂ ਮਤਲਬ ਉਹਨਾਂ ਵੇਲਿਆਂ 'ਚ ਇੱਥੇ ਜਥੇਬੰਦੀ ਇੱਥੇ ਜਥੇਬੰਦੀ ਐਸਟੈਬਲਿਸ਼ ਕੀਤੀ ਹੈ ਜਦੋਂ ਇੱਥੇ ਸਾਰੇ ਪੰਜਾਬੀ ਪ੍ਰਵਾਸ ਹੋ ਰਿਹਾ ਸੀ, ਪ੍ਰਵਾਸੀਆਂ ਦੀ ਇੱਥੇ ਆਮਦ ਹੋ ਰਹੀ ਸੀ। ਪੰਜਾਬ ਦੀ ਕੋਈ ਗੱਲ ਨਹੀਂ ਕਰਦਾ, ਪੰਥ ਦੀ ਕੋਈ ਗੱਲ ਨਹੀਂ ਕਰਦਾ। ਉਹਨਾਂ ਸਮੇਂ 'ਚ ਅਸੀਂ ਇੱਥੇ ਜਥੇਬੰਦੀ ਚਲਾਈ ਆ। ਤੇ ਆਪਣਾ ਸਿੰਘ ਜੀ, ਤੁਸੀਂ ਉਹਨਾਂ ਵਿੱਚੋਂ ਇੱਕੋਂ ਜਿਹੜੇ ਸ਼ੁਰੂਆਤ ਕਰਦੇ ਆ ਸਾਥ ਦੀ, ਪਹਿਲਾਂ ਡਿਸਕਸ਼ਨ ਦੇ ਰੂਪ 'ਚ ਸ਼ੁਰੂ ਹੋਇਆ, ਫਿਰ ਪੋਲਿਟਿਕਸ 'ਚ ਐਂਟਰੀ ਹੋਈ ਹੈ। ਹੁਣ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਤੁਸੀਂ ਕਿੱਥੇ ਖੜਾ ਦੇਖਦੇ ਹੋ ਆਪਣੀ ਜਥੇਬੰਦੀ ਨੂੰ? ਹਾਂਜੀ ਦੇਖੋ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਵਿੱਚੋਂ ਇੱਕ ਨਾਲ ਰਿਮਲਜੋਤ ਸਿੰਘ ਵੀ ਉਹਨਾਂ ਵਿੱਚੋਂ ਇੱਕ ਨੇ। ਇਹ ਉਹ ਸਕਾਲਰ ਨੇ ਜਿਹੜੇ ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਸੀ। ਤਾਂ ਮਤਲਬ ਦੇਖੋ ਜੀ, ਜਿਹੜੀ ਪੰਥ ਪੰਜਾਬ ਦੀ ਗੱਲ ਲੈ ਕੇ ਤੁਰੇ ਆ, ਉਹਦੇ ਨਾਲ ਵੇਖੋ ਜਦੋਂ ਇੱਕ ਵਿਦਿਆਰਥੀ ਜਥੇਬੰਦੀ ਆ ਤਾਂ ਉਹਦੀ ਪ੍ਰਾਇੋਰਟੀ ਵਿਦਿਆਰਥੀ ਮਸਲੇ ਹਮੇਸ਼ਾ ਰਹਿੰਦੇ ਆ, ਅਸੀਂ ਉਹਨਾਂ ਉੱਪਰ ਕੰਮ ਕਰਦੇ ਆ। ਤਾਂ ਤੁਸੀਂ ਜਿਹੜੀ ਗੱਲ ਕੀਤੀ ਕਿ ਜਿੱਥੇ ਚੋਣਾਂ ਹੁੰਦੀਆਂ ਉੱਥੇ ਇਹੋ ਜਿਹੀ ਪੋਲਿਟਿਕਸ ਹੁੰਦੀ, ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਸਾਡੀ ਜਥੇਬੰਦੀ ਆ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵੀ ਪੂਰਾ ਐਕਟਿਵਲੀ ਕੰਮ ਕਰ ਰਹੀ ਹੈ, ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਕਰ ਰਹੀ ਹੈ। ਉੱਥੇ ਕੋਈ ਇਲੈਕਸ਼ਨ ਨਹੀਂ ਆ, ਕੋਈ ਆਪਾਂ ਉੱਥੇ ਸਾਲ ਬਾਅਦ ਕਿਸੇ ਬੱਚੇ ਕੋਲ ਵੋਟਾਂ ਮੰਗਦੇ। ਕਿਵੇਂ ਦੇਖਦੇ ਹੋ, ਖੱਬੇ ਧਿਰਾਂ ਹੋ ਗਈਆਂ ਜਾਂ ਫਿਰ ਖਾਲਿਸਤਾਨੀ ਇੱਕ ਟੈਗ ਜਦੋਂ ਲੱਗਦਾ ਫਿਰ ਵਖਰੇਵਾਂ ਹੋ ਜਾਂਦਾ ਕਿ ਤਾਂ ਸ਼ਾਇਦ ਸਾਰੇ ਇਹਨਾਂ ਦੇ ਨੁਮਾਇੰਦੇ ਨਾ ਹੋਣ? ਇਹਨਾਂ ਨੇ ਤੇ ਇਹ ਕਿਹਾ ਕਿ ਮੈਂ ਜੇ ਮੈਨੂੰ ਚੁਣਿਆ ਗਿਆ ਤਾਂ ਮੈਂ ਤਾਂ ਸਾਰੇ ਵਿਦਿਆਰਥੀਆਂ ਦੀ ਪੋਲਿਟਿਕਸ ਕਰਨੀ ਹੈ ਜਾਂ ਉਹਨਾਂ ਦੇ ਰੱਖ ਲਈ ਕੰਮ ਕਰਨਾ ਹੈ। ਪਰ ਬਾਹਰ ਇੱਕ ਅਜਿਹੇ ਮੈਸੇਜ ਵੀ ਚੱਲ ਰਿਹਾ, ਡਿਸਕਸ਼ਨ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ, ਉਹਨੂੰ ਕਿਵੇਂ ਵੇਖਦੇ ਹੋ? ਦੇਖੋ, ਇਹ ਚੱਲ ਰਹੀ ਹੈ ਜਿਹੜੀ ਇਹ ਗੱਲ ਇਲੈਕਸ਼ਨ ਦੀ ਕੰਪੇਨ ਸਟਾਰਟ ਹੋਣ ਵੇਲੇ ਵੀ ਆਈ ਸੀ ਕਿ ਪੰਜਾਬ ਦਾ ਸੈਕਸ਼ਨ ਬਹੁਤ ਛੋਟਾ ਰਹਿ ਗਿਆ ਤੇ ਉਹਨੂੰ ਇਹਨਾਂ ਮਸਲਿਆਂ ਨਾਲ ਲੈਣਾ ਦੇਣਾ ਕੋਈ ਨਹੀਂ। ਸੋ ਅਸੀਂ ਆਪਦੀ ਗੱਲ ਨਿਖਾਰ ਕੇ ਵਿਦਿਆਰਥੀਆਂ ਅੱਗੇ ਰੱਖੀ ਹੈ, ਤੇ 50% ਤੋਂ ਵੱਧ ਵਿਦਿਆਰਥੀਆਂ ਨੇ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਪਰ ਸਾਨੂੰ ਪੋਲ ਕਰਕੇ ਦੱਸਿਆ ਕਿ ਤੁਹਾਡੀ ਗੱਲ 'ਚ ਦਮ ਆ, ਤੇ ਵੀ ਆਰ ਕਨਵਿੰਸਡ ਵਿਦ ਯੂਅਰ ਡਾਇਲੌਗ। ਸੋ ਅਸੀਂ ਆਪਦੀ ਗੱਲ ਵਿਦਿਆਰਥੀਆਂ ਅੱਗੇ ਨਿਖਾਰ ਕੇ ਰੱਖੀ ਆ। ਜਦੋਂ ਅਸੀਂ ਸੱਚ ਤੇ ਖੜੇ ਹਾਂ ਤੇ ਸਾਨੂੰ ਕੋਈ ਡਰ ਨਹੀਂ, ਕੋਈ ਜੋ ਮਰਜ਼ੀ ਪ੍ਰੋਪੇਗੈਂਡਾ ਕਰੇ, ਬਟ ਜੋ ਸਟੂਡੈਂਟ ਆ, ਜੇ ਅਸੀਂ ਉਹਨਾਂ ਤੱਕ ਸਿੰਸੀਅਰਲੀ ਅਪਰੋਚ ਕਰਕੇ ਕਲਾਸ 'ਚ ਜਾ ਕੇ, ਰੂਮ 'ਚ ਜਾ ਕੇ ਉਹਨਾਂ ਨਾਲ ਗੱਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਨਹੀਂ ਕਿ ਹੱਕ ਸੱਚ ਦੀ ਗੱਲ ਕਰਨ ਵਾਲੀ ਜਥੇਬੰਦੀ ਤੋਂ ਕਿਸੇ ਵੀ ਸਟੂਡੈਂਟ ਨੂੰ ਕੋਈ ਇਤਰਾਜ਼ ਹੋ ਸਕਦਾ ਹੈ। ਰਣਮੀਕ ਜੀ, ਤੁਸੀਂ ਇਸ ਪੋਲਿਟਿਕਸ ਬਾਰੇ ਕਿਵੇਂ ਸੋਚਦੇ? ਜਿਵੇਂ ਇੱਕ ਟੈਗ ਪੋਲਿਟਿਕਸ ਹੁੰਦੀ ਹੈ ਕਿ ਤਾਂ ਜੀ ਲੈਫਟਿਸਟ ਨੇ, ਇਹ ਖਾਲਿਸਤਾਨੀ ਨੇ, ਇਹ ਰਾਈਟਿਸਟ ਨੇ, ਇਹ ਫਲਾਣੇ ਨੇ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਵਾਈਡ ਇੱਕ ਹੁੰਦਾ ਹੈ ਸੋਚਣ ਦਾ ਦਾਇਰਾ, ਉਹ ਸੀਮਤ ਹੋ ਜਾਂਦਾ? ਬਿਲਕੁਲ, ਇਹੀ ਤਾਂ ਇੱਕ ਪੋਲੀਟੀਕਲ ਪਾਰਟੀਜ਼ ਇੱਥੇ ਇੰਟਰੋਡਿਊਸ ਕਰ ਰਹੀਆਂ ਨੇ ਯੂਨੀਵਰਸਿਟੀ ਦੇ ਵਿੱਚ ਕਿ ਹਰ ਬੰਦੇ ਨੂੰ ਟੈਗਲਾਈਨ ਕਰ ਦਿਓ। ਤੁਸੀਂ ਪਹਿਲਾਂ ਹੀ ਇੱਥੇ ਡਿਵਾਈਡ ਐਂਡ ਰੂਲ ਸ਼ੁਰੂ ਕਰ ਦਿਓ ਸਟੂਡੈਂਟਸ ਦੇ ਵਿੱਚ ਕਿ ਤੁਸੀਂ ਇਹ ਹੋ, ਤੁਸੀਂ ਇਹ ਹੋ, ਇਹ ਹੋ, ਤਾਂ ਕਿ ਜਦੋਂ ਤੁਸੀਂ ਫਿਊਚਰ ਦੇ ਵਿੱਚ ਅੱਗੇ ਜਾਓ ਤਾਂ ਤੁਹਾਡੇ ਤੁਸੀਂ ਪਹਿਲਾਂ ਹੀ ਵੰਡੇ ਹੋ, ਤਾਂ ਤੁਸੀਂ ਆਪਣੇ ਇਕੱਠੇ ਮਿਲ ਕੇ, ਮੈਨੂੰ ਆਪ ਦੱਸੋ, ਤੁਸੀਂ ਇਕੱਠੇ ਮਿਲ ਕੇ ਆਪਣੀ ਨੇਸ਼ਨ ਲਈ ਕੀ ਕਰੋਗੇ? ਤਾਂ ਇੱਕ ਜਿਹੜੀ ਵਿਧਾਨ ਸਭਾ ਦੀ ਪੋਲਿਟਿਕਸ ਹੈ, ਪਾਰਲੀਮੈਂਟ ਦੀ ਪੋਲਿਟਿਕਸ ਹੈ, ਵਿਦਿਆਰਥੀ ਰਾਜਨੀਤੀ 'ਚ ਬਹੁਤ ਲੀਡਰ ਐਸੇ ਹੋਏ ਆ ਜਿਹੜੇ ਬਾਅਦ 'ਚ ਪਾਰਲੀਮੈਂਟ ਦੀਆਂ ਪੌੜੀਆਂ ਵੀ ਚੜ੍ਹੇ, ਵਿਧਾਨ ਸਭਾ ਦੀ ਵੀ ਚੜ੍ਹੇ। ਤੁਹਾਡੀ ਜਥੇਬੰਦੀ ਚਾਹੇ ਸ਼ੁਰੂਆਤੀ ਪੜਾਅ ਵਿੱਚ ਹੈ, ਪਹਿਲੀ ਚੋਣ ਤੁਸੀਂ ਜਿੱਤੇ ਹੋ, ਪਰ ਅਗਲੀ ਰਣਨੀਤੀ ਨੂੰ ਲੈ ਕੇ ਤੁਹਾਡਾ ਵਿਚਾਰ ਕੀ ਹੈ? ਤੁਸੀਂ ਉਸ ਪੋਲਿਟਿਕਸ ਨਾਲ ਸੰਬੰਧ ਰੱਖਦੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਨਹੀਂ ਕਾਲਜਾਂ ਯੂਨੀਵਰਸਿਟੀਆਂ ਦੇ ਅੰਦਰ ਤੱਕ ਬਹੁਤ ਹੈ? ਪਹਿਲਾਂ ਅਸੀਂ ਇੱਥੇ ਕੰਮ ਕਰ ਲਈਏ, ਅੱਗੇ ਹੌਲੀ ਹੌਲੀ ਗਰੋਥ ਹੋਊਗੀ, ਆਪਣੇ ਆਪ ਲੱਗ ਜੂਗਾ ਪਤਾ। ਜੀ, ਇੱਕ ਆਖਰੀ ਸਵਾਲ, ਕੁੜੀਆਂ ਨੂੰ ਖਾਸ ਕਰਕੇ ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ, ਹਾਲਾਂਕਿ ਯੂਨੀਵਰਸਿਟੀਆਂ 'ਚ ਵੇਖਿਆ ਜਾ ਰਿਹਾ ਕਿ ਕੁੜੀਆਂ ਦੀ ਗਿਣਤੀ ਪਹਿਲਾਂ ਹੀ ਬਹੁਤ ਜ਼ਿਆਦਾ, ਉਹਨਾਂ ਨੂੰ ਰਿਪਰੈਜ਼ੈਂਟ ਵੀ ਕਰਨਾ ਹੈ। ਸਮੱਸਿਆ ਕਿਹੜੀ ਸਭ ਤੋਂ ਵੱਧ ਅੱਜ ਦੀ ਘੜੀ ਪੀਯੂ ਦੀ ਦਿਖਦੀ ਹੈ ਕਿ ਇਹਨਾਂ ਸਮੱਸਿਆਵਾਂ 'ਤੇ ਕੰਮ ਕਰਨਾ ਬਣਦਾ ਜਿਹੜਾ ਪਹਿਲਿਆਂ ਨੇ ਕੀਤਾ ਹੀ ਨਹੀਂ, ਚਾਹੇ ਚੁਣੇ ਗਏ ਆ? ਹਾਂਜੀ, ਬਹੁਤ ਸਾਰੇ ਮਸਲੇ ਨੇ ਇੱਥੇ। ਸਭ ਤੋਂ ਪਹਿਲਾਂ ਤਾਂ ਜਿਹੜੇ ਰਿਸਰਚ ਸਕਾਲਰਸ ਦਾ ਗ੍ਰੀਵੈਂਸ ਸੈੱਲ ਹੈ, ਉਹ ਇੰਟਰੋਡਿਊਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਥੇ ਰਿਸਰਚ ਸਕਾਲਰਸ ਦੀ ਐਬਸੋਲੂਟ ਪਾਵਰ ਟੂ ਦੀ ਗਾਈਡ ਹੈ, ਤਾਂ ਉਹਦੇ ਕਰਕੇ ਬਹੁਤ ਜ਼ਿਆਦਾ ਐਕਸਪਲੋਇਟੇਸ਼ਨਸ ਫੇਸ ਹੁੰਦੀ ਹੈ ਰਿਸਰਚ ਸਕਾਲਰਸ ਨੂੰ। ਸੈਕੰਡਲੀ,
ਜਿਹੜਾ ਪੀਯੂ ਦਾ ਫੂਡ ਦਾ ਸਟੈਂਡਰਡਾਈਜੇਸ਼ਨ ਹੋ ਗਿਆ, ਸੈਨੀਟੇਸ਼ਨ ਹੋ ਗਿਆ, एक बहुत मेजर इशू आता है। थर्डली प्लेसमेंट सेल बहुत लिमिटेड है इन कंपैरिजन टू द डिफरेंट यूनिवर्सिटीज़ ऑफ द नेशन, क्योंकि हर साल बहुत सारे एडवांसमेंट्स आ रहे हैं तो उसनू ਅੱਗੇ ਸਟੂਡੈਂਟਸ ਤੱਕ ਮੈਂ ਪਹੁੰਚਾਉਣ ਲਈ ਸਾਨੂੰ ਕੋਲੈਬੋਰੇਸ਼ਨਸ ਇੰਟਰੋਡਿਊਸ ਕਰਨੀ ਚਾਹੀਦੀਆਂ ਨੇ ਵਿਦ ਡਿਫਰੈਂਟ ਡਿਪਾਰਟਮੈਂਟਸ, ਜਿੱਥੇ ਪਲੇਸਮੈਂਟਸ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ, ਤਾਂ ਕਿ ਉਹਨਾਂ ਦੀ ਜਿਹੜੀ ਫੀਲਡ ਆਫ ਵਿਜ਼ਨ ਹੈ ਉਹ ਸਿਰਫ ਉਹਨਾਂ ਦੇ ਕੀ ਕਹਿੰਦੇ ਨੇ ਪ੍ਰੋਫੈਸ਼ਨ ਤੱਕ ਸੀਮਿਤ ਨਾ ਰਹੇ, ਬਾਕੀ ਸਾਰੇ ਪ੍ਰੋਫੈਸ਼ਨਸ ਤੱਕ ਵੀ ਜਾਏ ਤੇ ਨੌਲੇਜ ਲਿਮਿਟ ਨਾ ਰਹੇ, ਉਹਨੂੰ ਵਾਈਡਨ ਅਪ ਹੋ ਸਕੇ। ਤੇ ਇੱਥੇ ਸਾਡਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਐਕੈਡੈਮਿਕਸ ਤੇ ਰਿਸਰਚ ਨੂੰ ਪ੍ਰਾਇੋਰਟੀ ਦਈਏ, ਉਹ ਸਾਡਾ ਸਭ ਤੋਂ ਫਰਸਟ ਪ੍ਰਾਇੋਰਟੀ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਹੁੰਦੀਆਂ ਨੇ। ਸੋ ਇਹ ਇਸੇ ਉੱਤੇ ਹੀ ਅਸੀਂ ਇਸ਼ੂਜ਼ ਦੇ ਉੱਤੇ ਕੰਮ ਕਰਨਾ ਚਾਹਾਂਗੇ। ਤੁਹਾਡੀ ਗੱਲ 'ਚ ਇੱਕ ਹੋਰ ਮੇਰੇ ਜ਼ਿਹਨ 'ਚ ਆਈ ਹੈ ਗੱਲ ਆਖਰੀ, ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਨ ਮੌਕੇ ਦੇ ਉੱਤੇ ਆ ਕੇ ਕਹਿੰਦੇ 48 ਕਰੋੜ 49 ਕਰੋੜ ਰੁਪਈਆ ਅਸੀਂ ਹੋਸਟਲਾਂ ਦੀ ਮੰਗ ਬਹੁਤ ਕਰਦੇ ਸੀ ਸਟੂਡੈਂਟ, ਉਹ ਵੀ ਦੇ ਦਿੱਤਾ। ਫਿਰ ਮੀਤ ਹੇਅਰ ਨੇ ਜਿਹੜੇ ਉਹ ਵੀ ਇੱਥੇ ਆਉਂਦੇ ਰਹੇ ਲਗਾਤਾਰ, ਕਈ ਵਿਧਾਇਕਾਂ ਨੂੰ ਤਾਂ ਤੁਸੀਂ ਐਂਟਰੀ ਬੈਨ ਕਰਤੀ ਕਿ ਆਉਣਾ ਨਹੀਂ, ਜੇ ਆਏ ਤਾਂ ਫਿਰ ਆਪੇ ਭੁਗਤਿਓ। ਇਹ ਸਾਰੀਆਂ ਗੱਲਾਂ ਤੁਹਾਡੇ ਤੇ ਪ੍ਰਭਾਵ ਕਿੰਨਾ ਕੁ ਪਾ ਰਹੀਆਂ ਸੀ ਚੋਣਾਂ ਦੌਰਾਨ? ਇਹ CYSS 'ਤੇ ਜ਼ਿਆਦਾ ਪ੍ਰਭਾਵ ਪੈ ਰਹੀ ਸੀ, ਕਿਉਂਕਿ ਸਾਡਾ ਤਾਂ ਕੋਈ CYSS ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਤੇ ਬਸ ਇੱਥੇ ਇੱਕ ਆਈ ਸੀ ਕੁਐਸਚਨ ਕਿ ਇੱਕ ਮਨੀ ਪਾਵਰ ਪੋਲੀਟਿਕਸ ਸਟੂਡੈਂਟਸ ਦੇ ਵਿੱਚ ਇੰਟਰੋਡਿਊਸ ਕਰ ਰਹੇ ਸੀਗੇ। ਇੱਥੇ ਪੋਲੀਟੀਕਲ ਪਾਰਟੀਜ਼ ਇਹ ਇੰਟਰੋਡਿਊਸ ਕਰਨਾ ਚਾਹ ਰਹੀਆਂ ਸੀ ਕਿ ਸਾਡੇ ਕੀ ਸਟੂਡੈਂਟਸ ਵਿਕਾਊ ਨੇ, ਇਹਨਾਂ ਨੂੰ ਇਹ ਕੁਐਸਚਨ ਆ ਕੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦਿੰਦੇ ਹਾਂ ਕਿ ਤੇ ਤੁਸੀਂ ਸਾਨੂੰ ਵੋਟ ਪਾਓ, ਜਾਂ ਅਸੀਂ ਤੁਹਾਨੂੰ ਚਾਕਲੇਟ ਦੇ ਰਹੇ, ਅਸੀਂ ਤੁਹਾਨੂੰ ਬਿਊਟੀ ਪਾਰਲਰ ਦੇ ਪੈਂਫਲੇਟਸ ਵੰਡ ਰਹੇ ਹਾਂ, ਤੁਸੀਂ ਸਾਨੂੰ ਵੋਟ ਪਾਓ। ਅਤੇ ਇਹ ਜਿਹੜੀ ਇੱਕ ਸਟੂਡੈਂਟਸ ਦੇ ਵਿੱਚ ਇਹ ਜਿਹੜਾ ਇੱਕ ਧਾਰਾ ਇੰਟਰੋਡਿਊਸ ਕੀਤਾ ਜਾ ਰਿਹਾ ਸੀ, ਇੱਕ ਵਿਜ਼ਨ ਕਿ ਮਨੀ ਪਾਵਰ ਪੋਲੀਟਿਕਸ, ਇਹ ਸਟੂਡੈਂਟਸ ਨੇ ਬ੍ਰੇਕ ਕੀਤੀ ਹੈ। ਅਤੇ ਅੱਜ ਤੁਹਾਡੇ ਸਾਹਮਣੇ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਤੇ ਅੱਗੇ ਜਿੱਤੀ ਖੜੀ ਹੈ, ਰਿਜ਼ਲਟਸ ਤੁਹਾਡੇ ਸਾਹਮਣੇ। ਬਹੁਤ ਸ਼ੁਕਰੀਆ। ਥੈਂਕ ਯੂ। ਜੁਝਾਰ ਸਿੰਘ ਜੀ, ਜਸਵੰਤ ਸਿੰਘ ਖਾਲੜਾ ਦੀ ਤਸਵੀਰ ਉਸ ਦਿਨ ਦੇਖਣ ਨੂੰ ਮਿਲੀ, ਤੁਸੀਂ ਸਟੂਸੀ ਦੇ ਸੈਂਟਰ ਤੇ ਖੜ ਕੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹਦੀ ਵੀ ਚਰਚਾ ਬਹੁਤ ਹੈ। ਉਸ ਦਿਨ ਇਤਫਾਕ ਸੀ ਕਿ ਉਹਨਾਂ ਦਾ ਸ਼ਹਾਦਤ ਦਿਹਾੜਾ ਸੀ, ਜਾਂ ਵੈਸੇ ਵੀ ਤੁਸੀਂ ਜਸਵੰਤ ਸਿੰਘ ਖਾਲੜਾ ਦੀ ਸੋਚ ਦੇ ਨਾਲ ਮਿਲ ਕੇ ਚੱਲਣ ਵਾਲੇ ਹੋ? ਬਿਲਕੁਲ ਜੀ, ਮਿਲ ਕੇ ਚੱਲਣ ਵਾਲੇ ਆ। ਉਹੋ ਜਿਹੇ ਸ਼ਹੀਦਾਂ ਦੀ ਬਦੌਲਤ ਅਸੀਂ ਯੂਨੀਵਰਸਿਟੀ 'ਚ ਜਾਂਦੇ ਖੜੇ ਆ, ਸ਼ਾਇਦ ਸਾਡੀ ਜਨਰੇਸ਼ਨ ਇੱਥੇ ਨਾ ਪਹੁੰਚਦੀ। ਸੋ ਅਸੀਂ ਇੰਨੇ ਕ੍ਰਿਤਘਨ ਨਹੀਂ ਹੋ ਸਕਦੇ ਕਿ ਇਹੋ ਜਿਹੇ ਲੋਕਾਂ ਨੂੰ ਭੁੱਲ ਜਾਈਏ ਜਿਨ੍ਹਾਂ ਨੇ ਸਾਡੀ ਹੋਂਦ ਬਚਾਉਣ ਵਾਸਤੇ ਆਪਦੀ ਜਾਨ ਦੀ ਬਾਜੀ ਲਈ ਆ। ਤਾਂ ਉਹਨਾਂ ਦੀ ਗੱਲ 'ਤੇ ਖੜੇ ਆ, ਪਹਿਲੇ ਦਿਨ ਤੋਂ ਡਟ ਕੇ ਖੜੇ ਆ। ਅਤੇ ਅਸੀਂ ਇੰਨੀ ਗੱਲ ਸਮਝਦੇ ਹਾਂ ਕਿ ਸ਼ਹੀਦ ਸਿੰਘਾਂ ਨੇ ਇੰਨੀ ਕਿਰਪਾ ਕੀਤੀ ਆ ਕਿ ਸ਼ਹੀਦੀ ਦਿਹਾੜੇ ਵਾਲੇ ਦਿਨ ਸਾਨੂੰ ਫਤਿਹ ਨਸੀਬ ਹੋਈ ਆ। ਜੀ ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਸਾਥ ਦੇ ਉਹ ਵਿਦਿਆਰਥੀ ਜਿਨ੍ਹਾਂ ਨੇ ਇੱਕ ਚੋਣ ਜਿੱਤੀ ਹੈ ਵਾਈਸ ਪ੍ਰੈਜ਼ੀਡੈਂਟ ਦੀ। ਇਹਨਾਂ ਨੇ ਕਿਹਾ ਕਿ ਸਾਡੀ ਸ਼ੁਰੂਆਤ ਹੈ, ਅੱਗੇ ਵੀ ਅਸੀਂ ਇਸੇ ਤਰ੍ਹਾਂ ਸਰਗਰਮ ਭੂਮਿਕਾ ਨਿਭਾਉਂਦੇ ਰਹਾਂਗੇ। ਇਹਨਾਂ ਦੀ ਸੋਚ ਕੀ ਹੈ, ਵਿਚਾਰਧਾਰਾ ਕੀ ਹੈ, ਸਾਰੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨਾ ਕੁ ਜ਼ਿਆਦਾ ਸਟੂਡੈਂਟ ਪੋਲੀਟਿਕਸ ਦੇ ਵਿੱਚ ਪ੍ਰਭਾਵ ਪੈਂਦਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂ ਕਾ ABC ਪੰਜਾਬ ਚੰਡੀਗੜ੍ਹ।